ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦਰ ਮਨ ਦੇ ਠਾਡੇ ਦਰਬਾਰ ਤੁਧ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕਿਵਾਰ ਤੁਮ ਧਨ ਧਨੀ ਉਦਾਰ ਤਿਆਗੀ ਸ਼ਰਣਵਤ ਸ਼ਰਵਣਤ ਸੁਨੀਅਤ ਸੁਜਸ ਤੁਮਾਰ ਮੰਗਉ ਕਾਹੇ ਰੰਕ ਸਭ ਦੇਖਉ ਤੁਝ ਹੀ ਤੇ ਮੇਰੋ ਨਿਸਤਾਰ ਜੈ ਦੇਵ ਨਾਮਾ ਬਿਪ ਸੁਦਾਮਾ ਤਿਨ ਕਉ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 10 ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਪਾਤਸ਼ਾਹ ਜੀ ਦੇ ਦਰਬਾਰ ਅੰਦਰ ਚੱਲ ਰਹੇ ਸਵੇਰ ਦੇ ਦੀਵਾਨਾਂ ਦੇ ਦੌਰਾਨ ਆਸਾ ਦੀ ਵਾਰ ਜੀ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਉਪਰੰਤ ਰੋਜ਼ਾਨਾ ਦੇ ਨੇਮ ਅਨੁਸਾਰ ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਸੰਗ੍ਰਹਿ ਵਿੱਚੋਂ ਆਪਾਂ 1-2 ਸਲੋਕਾਂ ਦੀ ਵਿਚਾਰ ਕਰਕੇ ਗੁਰੂ ਸਿੱਖਿਆ ਨੂੰ, ਸਿਧਾਂਤ ਨੂੰ ਸਮਝਣ ਦਾ ਯਤਨ ਕਰਾਂਗੇ। ਗੁਰੂ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ, ਭਗਤ ਨਾ ਛਾਡਹੁ ਰਾਮ ਕੀ, ਭਾਵਹਿ ਨਿੰਦਾ ਲੋਗ। ਕਬੀਰ ਸਾਹਿਬ ਜੀ ਦਾ ਫਰਮਾਨ ਹੈ ਕਿ ਅਸਾਂ ਨੇ ਸਭ ਤੋਂ ਪਹਿਲਾਂ ਇਹ ਜਾਣਿਆ ਕਿ ਜਗਤ ਵਿੱਚ ਸੰਸਾਰ ਦੀ ਪੜ੍ਹਾਈ ਕਰ ਲੈਣੀ ਚੰਗੀ ਹੈ, ਪੜ੍ਹ ਲੈਣਾ ਚਾਹੀਦਾ ਹੈ, ਵੱਧ ਤੋਂ ਵੱਧ ਵਿੱਦਿਆ ਸੰਸਾਰ ਅੰਦਰ ਪ੍ਰਾਪਤ ਕਰਨੀ ਚਾਹੀਦੀ ਹੈ। ਉਹ ਕਹਿੰਦੇ ਨੇ ਅਸਾਂ ਪਹਿਲਾਂ ਇਸ ਗੱਲ ਨੂੰ ਸਮਝਿਆ, ਪਰ ਕਹਿੰਦੇ ਜਿਵੇਂ ਜਿਵੇਂ ਅਕਾਲ ਪੁਰਖ ਨੇ ਸਾਨੂੰ ਹੋਰ ਸਮਝ ਬਖਸ਼ੀ ਤਾਂ ਅਸਾਂ ਇਹ ਨਿਰਣਾ ਕੀਤਾ ਕਿ ਪੜ੍ਹਬੇ ਸਿਉ ਭਾਲ ਜੋਗ। ਯੋਗ ਦਾ ਅਰਥ ਹੈ ਪਰਮਾਤਮਾ ਨਾਲ ਜੁੜਨਾ। ਉਹ ਕਹਿੰਦੇ ਨੇ ਅਸਾਂ ਫਿਰ ਇਹ ਵਿਚਾਰਿਆ ਕਿ ਪੜ੍ਹਨਾ ਠੀਕ ਹੈ, ਸੰਸਾਰ ਦੇ ਵਿੱਚ ਰਹਿਣ ਦੇ ਲਈ ਠੀਕ ਹੈ, ਪਰ ਅਗਰ ਜੇਕਰ ਪੜ੍ਹਨ ਦੇ ਨਾਲੋਂ ਇਹ ਜੀਵਨ, ਇਹ ਸੁਰਤੀ ਬਿਰਤੀ ਔਰ ਇਹ ਸਰੀਰ ਦੀ ਤਾਕਤ, ਇਹ ਪਰਮਾਤਮਾ ਦੇ ਯੋਗ ਕਮਾਉਣ ਵਾਸਤੇ, ਪਰਮਾਤਮਾ ਨਾਲ ਜੁੜਨ ਵਾਸਤੇ ਇਹ ਜੀਵਨ ਲਾ ਦਿੱਤਾ ਜਾਏ, ਵਰਤ ਦਿੱਤਾ ਜਾਏ ਤਾਂ ਇਹ ਭਲਾ ਹੈ, ਇਹ ਚੰਗਾ ਹੈ। ਫਿਰ ਉਹ ਕਹਿੰਦੇ ਨੇ ਹੁਣ ਇਸ ਯੋਗ ਦੇ ਵਿੱਚੋਂ, ਪਰਮਾਤਮਾ ਨਾਲ ਜੁੜਨ ਦੇ ਆਨੰਦ ਦੇ ਵਿੱਚੋਂ ਉਹ ਕਹਿੰਦੇ ਨੇ ਐਸਾ ਰਸ ਬਣ ਗਿਆ ਹੈ ਕਿ ਭਗਤ ਨਾ ਛਾਡਾਂ ਰਾਮ ਕੀ। ਹੁਣ ਰੱਬ ਦੀ ਭਗਤੀ ਨਹੀਂ ਛੱਡਾਂਗਾ। ਭਾਵੇਂ ਨਿੰਦਾ ਲੋਗ, ਭਾਵੇਂ ਲੋਕ ਮੈਨੂੰ ਨਿੰਦਦੇ ਵੀ ਹੋਣ, ਭਾਵੇਂ ਮੈਨੂੰ ਬੁਰਾ ਵੀ ਕਹਿਣ, ਮੈਂ ਪ੍ਰਭੂ ਦੀ ਬੰਦਗੀ ਨਹੀਂ ਛੱਡਾਂਗਾ। ਕਬੀਰ ਸਾਹਿਬ ਜੀ ਨੇ ਇਹ ਸਿਧਾਂਤ ਬਖਸ਼ਿਸ਼ ਕੀਤਾ ਹੈ। ਜਗਤ ਦੇ ਉੱਪਰ ਬਹੁਤ ਤਰ੍ਹਾਂ ਦੀਆਂ ਵਿੱਦਿਆ ਨੇ। ਕੋਈ ਵੀ ਇਨਸਾਨ ਸਮੁੱਚੇ ਰੂਪ ਵਿੱਚ ਸਾਰੀਆਂ ਵਿੱਦਿਆ ਪੜ੍ਹ ਨਹੀਂ ਸਕਦਾ।
ਔਰ ਬਹੁਤ ਕੁਛ ਹੈ ਸੰਸਾਰ ਵਿੱਚ ਸਿੱਖਣ ਦੇ ਵਾਸਤੇ। ਅਨੰਤ ਤਰ੍ਹਾਂ ਦੀਆਂ ਵਿੱਦਿਆ ਨੇ, ਅਨੰਤ ਤਰ੍ਹਾਂ ਦੀਆਂ ਲੈਂਗੁਏਜ ਹਨ, ਭਾਸ਼ਾ ਹਨ। ਫਿਰ ਇੱਕ ਇੱਕ ਸਬਜੈਕਟ ਦੇ ਉੱਪਰ, ਇੱਕ ਇੱਕ ਕੇਂਦਰ ਬਿੰਦੂ ਦੇ ਉੱਪਰ ਇਤਨਾ ਵਿਸਥਾਰ ਹੈ। ਔਰ ਪ੍ਰਾਚੀਨ ਸਮੇਂ ਵਿੱਚ ਵੀ ਇਹ ਵਿੱਦਿਆ ਬਹੁਤ ਜ਼ਿਆਦਾ ਸਨ। ਇਹ ਨਹੀਂ ਕਿ ਹੁਣ ਹੀ ਜ਼ਿਆਦਾ ਵਿਸਥਾਰ ਹੈ। ਅਨੰਤ ਤਰ੍ਹਾਂ ਦੀਆਂ ਵਿੱਦਿਆ ਸਨ। ਜੋ ਕੁਛ ਵਿੱਦਿਆ ਹੁਣ ਅਲੋਪ ਵੀ ਹੋ ਗਈਆਂ ਨੇ। ਸਕੂਲ, ਕਾਲਜ, ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਵਿੱਦਿਆ ਹੁਣ ਪੜ੍ਹਾਈਆਂ ਜਾਂਦੀਆਂ ਨੇ, ਜਗਤ ਦੇ ਸਾਹਮਣੇ ਕੇਵਲ ਉਹੀ ਵਿੱਦਿਆ ਨੇ। ਪਰ ਪ੍ਰਾਚੀਨ ਸਮੇਂ ਦੀਆਂ ਕੁਝ ਐਸੀਆਂ ਵਿੱਦਿਆ ਸਨ ਜੋ ਅਲੋਪ ਹੋ ਗਈਆਂ ਨੇ। ਤਾਰਾ ਮੰਡਲ ਦੀ ਵਿੱਦਿਆ ਅੱਜ ਕੋਈ ਕਿਸੇ ਨੂੰ ਨਹੀਂ ਸਿਖਾਉਂਦਾ। ਤਾਰਾ ਮੰਡਲ ਦੀ ਇੱਕ ਬਹੁਤ ਗਹਿਰੀ ਵਿੱਦਿਆ ਹੈ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਨਿਕਲੇ ਨੇ ਔਰ ਨਾਲ ਦੇ 3 ਸਿੱਖਾਂ ਨੂੰ ਨਾਲ ਲਿਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਉਹਨਾਂ ਨੂੰ ਅਲੱਗ-ਅਲੱਗ ਪਾਸਿਆਂ ਨੂੰ ਨਿਕਲਣ ਦੇ ਵਾਸਤੇ ਪਹਿਲਾਂ ਨਿਰਦੇਸ਼ ਦਿੱਤਾ ਹੈ, ਹੁਕਮ ਦਿੱਤਾ ਹੈ। ਫਿਰ ਪਾਤਸ਼ਾਹ ਨੇ ਧਰੂ ਤਾਰੇ ਦੀ ਸੇਧ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਚੱਲਣ ਦੇ ਵਾਸਤੇ ਦੱਸਿਆ ਹੈ ਕਿ ਇਸ ਸੇਧ ਨਾਲ ਚੱਲਾਂਗੇ ਤੇ ਆਪਾਂ ਆਪਣੇ ਆਪ ਇੱਕ ਇਲਾਕੇ ਵਿੱਚ ਜਾ ਕੇ ਇਕੱਠੇ ਹੋ ਜਾਵਾਂਗੇ। ਤਾਰਾ ਮੰਡਲ ਦੀ ਇੱਕ ਬਹੁਤ ਵੱਡੀ ਗਹਿਰੀ ਵਿੱਦਿਆ ਹੈ। ਔਰ ਇਸ ਗੱਲ ਤੋਂ ਹੀ ਆਪਾਂ ਇਹ ਮੰਨ ਲੈਂਦੇ ਹਾਂ ਕਿ ਪ੍ਰਾਚੀਨ ਸਮੇਂ ਵਿੱਚ ਹੀ ਦੱਸਿਆ ਹੋਇਆ ਕਿ ਸੂਰਜ ਦੇ ਦੁਆਲੇ 9 ਗ੍ਰਹਿ ਘੁੰਮਦੇ ਨੇ, ਜਿਨ੍ਹਾਂ 9 ਦੇ ਵਿੱਚੋਂ ਇੱਕ ਸਾਡੀ ਧਰਤੀ ਹੈ, 8 ਹੋਰ ਹਨ। ਤੋ ਟੈਲੀਸਕੋਪ ਹੁਣ ਬਣੀਆਂ ਨੇ, ਤੋ ਤਰੱਕੀ ਹੁਣ ਹੋਈ ਹੈ, ਵਿਗਿਆਨੀਆਂ ਨੇ ਬਹੁਤ ਕੁਛ ਹੁਣ ਪ੍ਰਗਟ ਕੀਤਾ ਹੈ। ਪਰ ਸੈਂਕੜੇ ਸਦੀਆਂ ਪਹਿਲਾਂ ਤਾਰਾ ਮੰਡਲ ਦੀ ਵਿੱਦਿਆ ਵਾਲਿਆਂ ਨੇ ਇਹ ਦੱਸਿਆ ਹੋਇਆ ਸੀ ਕਿ 9 ਗ੍ਰਹਿ ਨੇ ਜੋ ਸੂਰਜ ਦੇ ਦੁਆਲੇ ਘੁੰਮਦੇ ਨੇ, ਔਰ ਨੰਗੀ ਅੱਖ ਦੇ ਨਾਲ ਹੁਣ ਵੀ ਉਹ ਸਾਰੇ ਨਹੀਂ ਦਿਸਦੇ, ਪਰ ਉਹਨਾਂ ਨੇ ਇੰਨੇ ਸਾਲ ਪਹਿਲਾਂ ਦਾ ਦੱਸਿਆ ਹੈ। ਇਹ ਵਿੱਦਿਆ ਅਲੋਪ ਹੋ ਰਹੀ ਹੈ। ਇਸ ਤਰ੍ਹਾਂ ਇੱਕ ਜੋਤਿਸ਼ ਦੀ ਵਿੱਦਿਆ ਹੈ। ਜੋਤਿਸ਼ ਬਾਅਦ ਵਿੱਚ ਪਖੰਡ ਬਣ ਗਿਆ। ਜਦੋਂ ਜੋਤਿਸ਼ ਪੜ੍ਹਿਆ ਸਿੱਖਿਆ ਕਈਆਂ ਨੇ ਨਹੀਂ ਸੀ ਹੁੰਦਾ, ਉਹਦਾ ਬਹਾਨਾ ਬਣਾ ਕੇ ਹੱਥ ਇੱਕ ਆਨਸਰ ਸ਼ੀਟ ਵਾਲੇ ਗੱਤੇ ਉੱਪਰ ਹੱਥ ਵਾਹ ਕੇ ਬਾਹਰ ਲਗਾ ਦੇਣਾ ਕਿ ਇੱਥੇ ਹੱਥ ਦੇਖਿਆ ਜਾਂਦਾ ਹੈ, ਔਰ ਕੋਈ ਇਲਮ ਨਾ ਹੋਣਾ ਜੋਤਿਸ਼ ਵਿੱਦਿਆ ਦਾ, ਠੱਗੀਆਂ ਮਾਰਨੀਆਂ, ਹੁਣ ਵੀ ਠੱਗਿਆ ਜਾਂਦਾ ਹੈ। ਤੋ ਇਹ ਇੱਕ ਪਖੰਡ ਬਣ ਕੇ ਰਹਿ ਗਿਆ। ਪਰ ਜੋਤਿਸ਼ ਵਿੱਦਿਆ ਇੱਕ ਐਸੀ ਨਿਰਾਲੀ ਜੋਤਿਸ਼ ਵਿੱਦਿਆ ਸੀ। ਜਦੋਂ ਧੰਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਪੱਤਰੀ ਬਣਾਈ ਹੈ, ਪੰਡਤ ਹਰਦਿਆਲ ਨੇ ਪ੍ਰਗਟ ਹੋਣ ਦਾ ਸਮਾਂ, ਥਿੱਤ, ਸਾਰਾ ਕੁਝ ਕੱਢ ਕੇ ਉਦੋਂ ਹੀ ਮਹਿਤਾ ਕਾਲੂ ਜੀ ਨੂੰ ਦੱਸ ਦਿੱਤਾ ਹੈ ਕਿ ਤੇਰੇ ਸਪੁੱਤਰ ਦੇ ਚਰਨਾਂ 'ਤੇ ਹਿੰਦੂ, ਮੁਸਲਮਾਨ ਔਰ ਵੱਡੇ ਵੱਡੇ ਰਿਸ਼ੀ ਮੁਨੀ ਸਭ ਝੁਕ ਜਾਣੇ ਨੇ। ਵੱਡੇ ਵੱਡੇ ਚੱਕਰਵਰਤੀ ਰਾਜੇ ਵੀ ਤੇਰੇ ਪੁੱਤਰ ਦੇ ਚਰਨਾਂ 'ਤੇ ਝੁਕ ਜਾਣੇ ਨੇ। ਔਰ ਪੰਡਤ ਹਰਦਿਆਲ ਕੋਈ ਬ੍ਰਹਮ ਗਿਆਨੀ ਨਹੀਂ ਸੀ, ਔਰ ਉਹ ਕੋਈ ਭਗਤ ਨਹੀਂ ਸੀ, ਕੋਈ ਸੰਤ ਨਹੀਂ ਸੀ। ਉਸ ਦੀ ਜੋਤਿਸ਼ ਦੀ ਵਿੱਦਿਆ ਨੇ ਉਸ ਨੂੰ ਇਹ ਦੱਸਿਆ। ਕਹਿਣ ਤੋਂ ਮੁਰਾਦ ਹੈ ਕਿ ਇਹ ਵਿੱਦਿਆ ਸਨ ਜੋ ਹੁਣ ਸਕੂਲ ਕਾਲਜਾਂ ਦੇ ਵਿੱਚ ਨਹੀਂ ਸਿਖਾਈਆਂ ਜਾਂਦੀਆਂ, ਪਰ ਇਹਨਾਂ ਵਿੱਦਿਆ ਦੀ ਬੜੀ ਭੂਮਿਕਾ ਸੀ, ਅਲੋਪ ਹੋ ਰਹੀਆਂ ਨੇ। ਜਗਤ ਵਿੱਚ ਪੜ੍ਹਨ ਵਾਸਤੇ ਬਹੁਤ ਕੁਝ ਹੈ, ਸਿੱਖਣ ਵਾਸਤੇ ਬਹੁਤ ਕੁਝ ਹੈ, ਪਰ ਜਿਵੇਂ ਜਿਵੇਂ ਇਨਸਾਨ ਵਿੱਦਿਆ ਨੂੰ ਪੜ੍ਹਦਾ ਹੈ, ਜਿਵੇਂ ਜਿਵੇਂ ਸਿਆਣਾ ਹੁੰਦਾ ਹੈ, ਤਿਵੇਂ ਤਿਵੇਂ ਉਸ ਦੇ ਮਨ ਵਿੱਚ ਇੱਕ ਨੁਕਸ, ਇੱਕ ਦੋਸ਼ ਆਉਂਦਾ ਜਾਂਦਾ। ਉਹ ਕੀ ਦੋਸ਼ ਆਉਂਦਾ ਜਾਂਦਾ ਹੈ? ਉਹ ਇਨਸਾਨ ਸੋਚਦਾ ਮੈਂ ਸਿਆਣਾ ਹਾਂ, ਬਾਕੀ ਸਾਰੇ ਮੂਰਖ ਹਨ। ਜਿਨ੍ਹਾਂ ਨੇ ਇਹ ਵਿੱਦਿਆ ਨਹੀਂ ਪੜ੍ਹੀ ਉਹ ਮੂਰਖ ਹਨ। ਇਹ ਵਿੱਦਿਆ ਪੜ੍ਹ ਪੜ੍ਹ ਕੇ ਜਦੋਂ ਹੰਕਾਰ ਆ ਜਾਂਦਾ ਹੈ ਇਨਸਾਨ ਨੂੰ, ਤੋ ਹੰਕਾਰ ਇਸ ਜੀਵਨ ਦਾ ਜੋ ਸਮੁੱਚਾ ਮਨੋਰਥ ਹੈ, ਜੋ ਇਸ ਜੀਵਨ ਦੀ ਮੰਜ਼ਿਲ ਹੈ, ਉੱਥੋਂ ਤੱਕ ਪਹੁੰਚਣ ਨਹੀਂ ਦਿੰਦਾ। ਹੰਕਾਰ ਇਨਸਾਨ ਨੂੰ ਡੋਬ ਦਿੰਦਾ ਹੈ। ਇਸ ਲਈ ਫਿਰ ਜਦੋਂ ਰੱਬ ਦੇ ਪਿਆਰਿਆਂ ਔਰ ਪੈਗੰਬਰਾਂ, ਗੁਰੂਆਂ, ਪੀਰਾਂ ਨੇ ਇਹ ਸਭ ਕੁਛ ਸਮਝਿਆ ਤੇ ਜਗਤ ਨੂੰ ਇੱਕ ਮੈਸੇਜ ਦੇ ਗਏ ਕਿ ਠੀਕ ਹੈ, ਜਗਤ ਦੀ ਵਿੱਦਿਆ ਭਲੀ ਹੈ, ਪੜ੍ਹਨੀ ਚੰਗੀ ਹੈ, ਪਰ ਇਸ ਦੇ ਨਾਲੋਂ ਵੀ ਚੰਗਾ ਹੈ ਜੇ ਭਗਤੀ ਕਰਕੇ ਤੇ ਪ੍ਰਭੂ ਦੇ ਨਾਲ ਮਿਲਿਆ ਜਾਏ, ਪਰਮੇਸ਼ਰ ਦੀ ਬੰਦਗੀ ਕੀਤੀ ਜਾਏ, ਜੋਗ ਕਮਾਇਆ ਜਾਏ, ਤਾਂ ਉਹ ਸਭ ਤੋਂ ਵਧੀਆ ਹੈ। ਕਬੀਰ ਸਾਹਿਬ ਦੇ ਇਹ ਪਵਿੱਤਰ ਫਰਮਾਨ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ, ਪੜ੍ਹਬੇ ਸਿਉ ਭਲ ਜੋਗ,
ਭਗਤ ਨਾ ਛਾਡੋ RAM ਕੀ, ਭਾਵੇਂ ਨਿੰਦੋ ਲੋਗ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਜੋ ਉਪਦੇਸ਼ ਦਿੱਤਾ ਹੈ ਬਚਪਨ ਦੇ ਵਿੱਚ, ਉਹ ਇਸੇ ਸਬਜੈਕਟ ਦੇ, ਇਸੇ ਵਿਸ਼ੇ ਦੇ ਬਾਰੇ ਸਤਿਗੁਰਾਂ ਨੇ ਸਭ ਤੋਂ ਪਹਿਲਾ ਸ਼ਬਦ ਉਚਾਰਿਆ ਹੈ। ਜਦੋਂ ਪਿਤਾ ਕਲਿਆਣ ਦਾਸ ਜੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਪਾਂਧੇ ਗੋਪਾਲ ਦੇ ਕੋਲ ਪੜ੍ਹਨ ਵਾਸਤੇ ਛੱਡ ਆਏ ਨੇ, ਪਿਤਾ ਦੇ ਸਤਿਕਾਰ ਨੂੰ ਕਾਇਮ ਰੱਖਦਿਆਂ ਹੋਇਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਕ ਦਿਨ ਪੜ੍ਹਦੇ ਰਹੇ ਨੇ। ਅਗਲੇ ਦਿਨ ਸਤਿਗੁਰਾਂ ਨੇ ਵਿਚਾਰਿਆ ਹੈ ਕਿ ਹੁਣ ਦੇਰ ਨਹੀਂ ਲਾਉਣੀ ਚਾਹੀਦੀ, ਹੋਰ ਵੀ ਬੜੇ ਕਾਰਜ ਕਰਨੇ ਨੇ, ਇਹ ਪਾਂਧੇ ਨੂੰ ਗਿਆਨ ਦੇਣਾ ਚਾਹੀਦਾ, ਇਹਨੂੰ ਨਿਹਾਲ ਕਰਨਾ ਚਾਹੀਦਾ। ਤੋ ਅਗਲੇ ਦਿਨ ਸਤਿਗੁਰਾਂ ਨੇ ਬਸ ਪੜ੍ਹਨ ਤੋਂ ਰੁਕ ਕੇ ਜਦ ਬਾਰ-ਬਾਰ ਗੋਪਾਲ ਪਾਂਧਾ ਕਹਿੰਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਇਹ ਪਾਂਧਾ ਜੀ ਜਿਹੜੀ ਵਿੱਦਿਆ ਤੁਸੀਂ ਪੜ੍ਹਾਉਂਦੇ ਜੇ, ਇਹ ਵਿੱਦਿਆ ਨਾਲ ਹੰਕਾਰ ਆਣ ਕੇ ਪਰਲੋਕ ਵਿੱਚ ਗਲਾਂ ਵਿੱਚ ਫਾਹੀਆਂ ਪੈ ਜਾਂਦੀਆਂ ਨੇ, ਇਸ ਲਈ ਇੱਕ ਬ੍ਰਹਮ ਵਿੱਦਿਆ ਹੈ, ਪਰਮਾਤਮਾ ਨੂੰ ਮਿਲਣ ਦੀ ਵਿੱਦਿਆ ਹੈ, ਉਹ ਵੀ ਪੜ੍ਹਨੀ ਜ਼ਰੂਰੀ ਹੈ। ਕਹਿੰਦਾ ਉਹ ਤਾਂ ਫਿਰ ਮੈਨੂੰ ਆਉਂਦੀ ਨਹੀਂ ਹੈ ਨਾਨਕ, ਜੇ ਤੈਨੂੰ ਆਉਂਦੀ ਹੈ ਤਾਂ ਤੂੰ ਮੈਨੂੰ ਸੁਣਾ ਦੇ। 7-8 ਸਾਲ ਗੁਰੂ ਨਾਨਕ ਸਾਹਿਬ ਜੀ ਦੀ ਆਰਜਾ ਸੀ। ਸਤਿਗੁਰੂ ਸਾਹਿਬ ਜੀ ਨੇ ਉਸ ਵਕਤ ਪਵਿੱਤਰ ਬਚਨ ਉਚਾਰਿਆ, ਜਾਲ ਮੋਹ ਘਸ ਮਸ ਕਰ। ਆਪਣੇ ਮਨੁੱਖ ਆਪਣੇ ਅੰਦਰ ਦੇ ਸਾਰੇ ਮੋਹ ਨੂੰ ਸਾੜ ਦੇਵੇ, ਖਤਮ ਕਰ ਦੇਵੇ, ਔਰ ਸਾੜੇ ਹੋਈ ਕੋਈ ਵੀ ਵਸਤੂ ਤੋਂ ਬਾਅਦ ਵਿੱਚ ਰਾਖ ਬਣਦੀ ਹੈ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ, ਉਸ ਬਣੀ ਹੋਈ ਰਾਖ ਨੂੰ ਘਸ ਬਾਅਦ ਵਿੱਚ ਘਸਾ ਕੇ, ਮਸ ਸ਼ਿਆਈ ਦਾ ਨਾਮ ਹੈ, ਉਸ ਦੀ ਸ਼ਿਆਈ ਬਣਾ ਲਈ ਜਾਏ। ਜਾਲ ਮੋਹ ਘਸ ਮਸ ਕਰ ਮਤ ਕਾਗਦ, ਜੋ ਆਪਣੀ ਬੁੱਧ ਹੈ ਇਸ ਨੂੰ ਸਾਫ਼ ਕਰਨ ਰੂਪ ਕਾਗਜ਼ ਬਣਾ ਲੈਣਾ ਹੈ। ਕਰ ਸਾਰ, ਮਤ ਕਾਗਦ ਕਰ ਸਾਰ, ਭਾਉ ਕਲਮ, ਮਨ ਅੰਦਰ ਭਾਵਨਾ ਰੱਖਣੀ ਹੈ, ਜੇ ਭਾਵਨਾ ਹੋਏਗੀ ਤੇ ਕਲਮ ਵੀ ਕੋਲ ਹੋਏਗੀ। ਭਾਉ ਕਲਮ ਕਰ ਚਿੱਤ ਲਿਖਾਰੀ, ਜੋ ਆਪਣਾ ਚਿੱਤ ਹੈ ਨਿਰਣੇ ਕਰਦਾ ਹੈ, ਇਸ ਨੂੰ ਲਿਖਾਰੀ ਲਾਵਣਾ ਹੈ। ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਗੁਰੂ ਸਾਹਿਬ ਨੂੰ ਪੁੱਛ ਕੇ ਵਿਚਾਰਾਂ ਇਸ ਬੁੱਧ ਰੂਪ ਕਾਗਜ਼ ਦੇ ਉੱਪਰ ਲਿਖਣੀਆਂ ਨੇ। ਚਿੱਤ ਨੂੰ ਲਿਖਾਰੀ ਲਾ ਕੇ, ਭਾਵਨਾ ਦੀ ਕਲਮ ਲੈ ਕੇ, ਮੋਹ ਨੂੰ ਸਾੜ ਕੇ ਉਸ ਦੀ ਸਿਆਹੀ ਬਣਾ ਕੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਫਰਮਾ ਦਿੱਤੇ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਫਿਰ ਕਹਿੰਦਾ, ਗੁਰੂ ਤਾਂ ਹੁਣ ਹੀ ਨਾਨਕ ਸਾਹਿਬ ਜੀ ਤੁਸੀਂ ਹੀ ਹੋ ਮੇਰੇ, ਮੈਂ ਕੀ ਲਿਖਾਂ ਤੁਸੀਂ ਦੱਸੋ। ਪਾਤਸ਼ਾਹ ਕਹਿੰਦੇ, ਲਿਖ ਨਾਮ, ਰੱਬ ਦਾ ਨਾਮ ਲਿਖ, ਇੱਕ ਓੰਕਾਰ। ਲਿਖ ਦਿੱਤਾ। ਪਾਤਸ਼ਾਹ ਕਹਿੰਦੇ, ਸਾਲਾਹਾ ਲਿਖ। ਹੁਣ ਉਸ ਨਾਮ ਦੀ ਸਿਫਤ ਤੇ ਵਡਿਆਈ ਲਿਖਣੀ ਸ਼ੁਰੂ ਕਰ ਦੇ। ਫਿਰ ਲਿਖਦਿਆਂ ਅਖੀਰ ਤੇ ਲਿਖਦੇ ਕਿ ਲਿਖ ਅੰਤ ਨਾ ਪਾਰਾਵਾਰ, ਕਿ ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਂਦਾ, ਉਸ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾਂਦਾ। ਲਿਖ ਨਾਮ ਸਾਲਾਹਾ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ, ਕਿਉਂਕਿ ਉਹ ਜੋ ਪਾਂਧਾ ਸੀ ਉਹ ਉਮਰ ਵਿੱਚ ਬਜ਼ੁਰਗ ਸੀਗਾ, ਗੁਰੂ ਨਾਨਕ ਸਾਹਿਬ ਜੀ ਸਰੀਰਕ ਰੂਪ ਵਿੱਚ ਬੱਚੇ ਸਨ, ਪਰ ਮਹਾਰਾਜ ਪਾਤਸ਼ਾਹ ਉਹਨੂੰ ਪੜ੍ਹਾ ਰਹੇ ਨੇ। ਪਾਤਸ਼ਾਹ ਫਿਰ ਵੀ ਸਤਿਕਾਰ ਵਾਲੇ ਬਚਨਾਂ ਨਾਲ ਮਹਾਰਾਜ ਸਿੱਖਿਆ ਦੇ ਰਹੇ। ਪਾਤਸ਼ਾਹ ਕਹਿੰਦੇ, ਬਾਬਾ ਹੇ ਬਜ਼ੁਰਗ ਪਾਂਧੇ, ਇਹੋ ਲੇਖਾ ਲਿਖ ਜਾਣ। ਇਸ ਤਰ੍ਹਾਂ ਦਾ ਜੋ ਲੇਖਾ ਅਸਾਂ ਤੈਨੂੰ ਦੱਸਿਆ ਹੈ, ਇਹੋ ਜਿਹਾ ਲੇਖਾ ਲਿਖਣਾ ਸਿੱਖ ਲੈ। ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀ ਹੈ। ਪਾਤਸ਼ਾਹ ਨੇ ਕਿਹਾ, ਇਹ ਲੇਖਾ ਸਾਰੀ ਉਮਰ ਇਨਸਾਨ ਧਰਤੀ ਤੇ ਪੜ੍ਹਦਾ ਤੇ ਵਾਚਦਾ ਤਾਂ ਰਹਿੰਦਾ ਹੈ, ਪਰ ਇਹ ਨਹੀਂ ਸੋਚਦਾ ਕਿ ਲੇਖਾ ਮੰਗਿਆ ਕਿੱਥੇ ਜਾਣਾ ਹੈ। ਜਦ ਰੱਬ ਦੀ ਦਰਗਾਹ ਵਿੱਚ, ਧਰਮਰਾਜ ਦੀ ਕਚਹਿਰੀ ਵਿੱਚ ਮਨੁੱਖ ਦੇ ਕੋਲੋਂ ਲੇਖਾ ਮੰਗਿਆ ਜਾਣਾ ਹੈ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨੀਸਾਨ। ਜੇ ਇਸ ਜਗਤ